प्रोग्राम नाल जुड़े दर्शकों का बहुत बहुत स्वागत। सब तो पहला प्यार तो सत्कार नाल सत श्री अकाल। अज आप एक खास विषय पर गलबात करेंगे क्योंकि असी खेती प्रधान सूबे च रहने पंजाब दे विच। फिर खेतीबाड़ी नूं खेती वपार वल किवें लेके जाना है, उस दर्जे नूं मेनटेन किवें करना है, आमदनी किवें वधाउणी है, ये सारियां चीज़ां बारे हुण सानूं खुले ख्यालां नाल सोचना पैना है क्योंकि समा ये मंग करदा है। डॉक्टर अमनदीप मेरे नाल ने, मैं PAU खड़ा ਜਿਹੜੇ ਬਿਜ਼ਨਸ ਸਕੂਲ ਦੇ ਡਾਇਰੈਕਟਰ ਵੀ ਨੇ ਤੇ ਪੜ੍ਹਾਉਂਦੇ ਵੀ ਨੇ ਕਿਸਾਨਾਂ ਨੂੰ ਵੀ ਤੇ ਸਟੂਡੈਂਟਸ ਨੂੰ। ਕਿਹੜੇ ਨੁਕਤੇ ਹੈ ਜਿਹੜੇ ਸਾਨੂੰ ਖੇਤੀ ਤੋਂ ਖੇਤੀ ਵਪਾਰ ਦਾ ਦਰਜਾ ਦਿਵਾਉਣਗੇ? ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਕਰਦੇ ਹਾਂ ਸਵਾਗਤ, ਫਿਰ ਜਾਣਦੇ ਹਾਂ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਜੀ, ਬਹੁਤ। ਡਾਕਟਰ ਸਾਹਿਬ, ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਵੀ ਖੇਤੀ ਨੂੰ ਖੇਤੀ ਵਪਾਰ ਦਾ ਦਰਜਾ ਕਿਵੇਂ ਦੇਣਾ ਹੈ ਜੀ, ਤੁਸੀਂ ਕੀ ਸੋਚਦੇ ਹੋ ਉਹਦੇ ਬਾਰੇ? ਦੇਖੋ, ਜਿੱਦਾਂ ਤੁਸੀਂ ਦੱਸਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ, ਜਿਣਸ ਪੈਦਾ ਕਰਨ ਦੇ ਮਾਮਲੇ ਦੇ ਵਿੱਚ ਅਸੀਂ ਮੋਹਰੀਆਂ ਜੀ ਬਾਕੀ ਸੂਬਿਆਂ ਦੇ ਮੁਕਾਬਲੇ ਦੇ ਵਿੱਚ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਬਹੁਤ ਵੱਡਾ ਰੋਲ ਹੈ ਕਿ ਜਿਣਸਾਂ ਜਿਹੜੀਆਂ ਵੀ ਹੋਣ ਉਹ ਪੰਜਾਬ ਦੇ ਵਿੱਚ ਜ਼ਿਮੀਂਦਾਰ ਬਾਖੂਬੀ ਲਾਗਤਾਂ ਨੂੰ ਸਮਝ ਕੇ ਬਹੁਤ ਤਰੀਕੇ ਨਾਲ ਜਿਣਸ ਪੈਦਾ ਕਰਦੇ ਆ। ਸਮੱਸਿਆ ਜਿਹੜੀ ਆਉਂਦੀ ਆ ਉਹ ਇਹ ਆਉਂਦੀ ਆ ਕਿ ਜਿਣਸਾਂ ਤੋਂ ਉਤਪਾਦ ਘੱਟ ਤਿਆਰ ਹੋ ਰਿਹਾ ਤੇ ਮੰਡੀਕਾਰੀ ਦੀ ਸਮੱਸਿਆ ਵੀ ਇਹਦੇ ਨਾਲ ਹੀ ਖੜੀ ਆ ਜੀ। ਪੰਜਵਾਂ ਜਿਹੜਾ ਅੰਗ ਆ, ਬਹੁਤ ਵਧੀਆ ਤੇ ਬਹੁਤ ਘੁੱਖਣ ਵਾਲੀ ਗੱਲ ਹੈ ਕਿ ਜੇ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ ਤਾਂ ਕੰਜ਼ਿਊਮਰ ਓਰੀਐਂਟੇਸ਼ਨ, ਖਪਤਕਾਰਾਂ ਵੱਲ ਸਾਨੂੰ ਝਾਕ ਮਾਰਨੀ ਪਊਗੀ। ਉਹਨਾਂ ਦੇ ਖੋਜ ਦੇ ਨਤੀਜੇ ਖਪਤਕਾਰ ਕੀ ਚਾਹੁੰਦੇ ਆ, ਖਾਸ ਕਰਕੇ ਖਾਣ ਪੀਣ ਵਾਲੀਆਂ ਵਸਤੂਆਂ ਦੀਆਂ ਜਿਹੜੀਆਂ ਪ੍ਰੈਫਰੈਂਸਿਸ ਆ ਨਾ ਤੋਤਾ ਸਿੰਘ ਜੀ, ਇਹ ਚੇਂਜ ਹੁੰਦੀਆਂ, ਬਹੁਤ ਤੇਜ਼ੀ ਨਾਲ ਤਬਦੀਲ ਹੁੰਦੀਆਂ। ਪਹਿਲਾਂ ਵੀ ਹੁੰਦੀਆਂ ਸੀ ਸਰ ਕਿ ਹੁਣੀ? ਪਹਿਲਾਂ ਵੀ ਹੁੰਦੀਆਂ ਸੀ। ਖਾਣ ਪੀਣ ਵਾਲੇ ਪਦਾਰਥ ਆ ਜਿਹੜੇ, ਉਹਨਾਂ ਦੀਆਂ ਪ੍ਰੈਫਰੈਂਸਿਸ ਖਪਤਕਾਰ ਬਦਲਦੇ ਰਹਿੰਦੇ ਆ, ਖਪਤਕਾਰਾਂ ਦੇ ਝੁੰਡ ਤੇਜ਼ੀ ਨਾਲ ਬਦਲਦੇ ਆ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਸਾਨੂੰ ਕੰਜ਼ਿਊਮਰ ਓਰੀਐਂਟੇਸ਼ਨ ਵਾਲੇ ਪਾਸੇ ਤੁਰਨਾ ਪਊਗਾ। ਖਾਸ ਕਰ ਪੰਜਾਬ ਦੇ ਜਿਹੜੇ ਨੌਜਵਾਨ ਸਾਥੀ ਆ, ਸਾਡੀਆਂ ਨੌਜਵਾਨ ਬੀਬੀਆਂ, ਨੌਜਵਾਨ ਭੈਣਾਂ, ਨੌਜਵਾਨ ਸਾਡੇ ਜਿਹੜੇ ਵੀਰ ਆ, ਉਹਨਾਂ ਨੂੰ ਇਸ ਸੁਨੇਹੇ ਨੂੰ ਫੜਨ ਦੀ ਲੋੜ ਹੈ ਕਿ ਖਪਤਕਾਰਾਂ ਦੇ ਝੁੰਡਾਂ ਦੀ ਜ਼ਰੂਰਤਾਂ ਨੂੰ ਪਹਿਚਾਣ ਕੇ ਜੇ ਜਿਣਸਾਂ ਤੋਂ ਅਸੀਂ ਉਤਪਾਦ ਤਿਆਰ ਕਰਾਂਗੇ ਤਾਂ ਉਹਦੇ ਵਿੱਚ ਇੱਕ ਸਮਾਜਿਕ ਪ੍ਰਕਿਰਿਆ ਕਿ ਇੰਪਲੋਇਮੈਂਟ ਓਪਰਚੁਨਿਟੀਜ਼ ਸਾਡੇ ਇਸ ਖਿੱਤੇ ਦੇ ਵਿੱਚ, ਖਾਸ ਕਰਕੇ ਜਦੋਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ, ਇੰਪਲੋਇਮੈਂਟ ਓਪਰਚੁਨਿਟੀਜ਼ ਬਹੁਤ ਜਨਰੇਟ ਹੋਣਗੀਆਂ। ਪੰਜਾਬ ਦੀ ਸਮੱਸਿਆ ਵੀ ਕੁੱਲ ਮਿਲਾ ਕੇ ਇਹੀ ਹੈ ਕਿ ਇੰਪਲੋਇਮੈਂਟ ਇੰਨੀ ਜਨਰੇਟ ਨਹੀਂ ਹੋ ਰਹੀ। ਜਦੋਂ ਅਸੀਂ ਜਿਣਸਾਂ ਤੋਂ ਉਤਪਾਦ ਤਿਆਰ ਕਰਾਂਗੇ, ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਅਸੀਂ ਜਾ ਕੇ ਵੀ ਝੁੰਡਾਂ ਨੂੰ ਸਿਖਾਉਂਦੇ ਹਾਂ, ਖਾਸ ਕਰਕੇ ਪੇਂਡੂ ਨੌਜਵਾਨ ਝੁੰਡਾਂ ਨੂੰ ਅਸੀਂ ਸਿਖਾਉਂਦੇ ਹਾਂ ਕਿ ਕਿਵੇਂ ਜਿਹੜੇ ਹੈ ਉਤਪਾਦ ਤਿਆਰ ਕਰਨੇ, ਉਹਨਾਂ ਦੀ ਲੇਬਲਿੰਗ ਕਿਵੇਂ ਕਰਨੀ, ਉਹਨਾਂ ਦੀ ਬ੍ਰਾਂਡਿੰਗ ਕਿਵੇਂ ਕਰਨੀ ਹੈ, ਆਪਣੇ ਆਪ ਨੂੰ ਇਕੱਠੇ ਹੋ ਕੇ ਇਕੱਠ ਦੇ ਵਿੱਚ ਨੌਜਵਾਨ ਸਾਥੀਆਂ ਨੇ ਕਿਵੇਂ ਤੋਰਨਾ ਵਪਾਰ ਦੇ ਰੂਪ ਦੇ ਵਿੱਚ। ਜਿੱਦਾਂ ਸੈਲਫ ਹੈਲਪ ਗਰੁੱਪਸ ਹੈ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਹੈ, ਕਲਸਟਰ ਬਣਾਏ ਆ ਅਸੀਂ, ਕਮੋਡਿਟੀ ਗਰੁੱਪਸ ਬਣਾਏ ਆ। ਸੋ ਜਿੱਦਾਂ ਸ਼ਹਿਰ ਦੇ ਵਪਾਰੀ ਕੁੱਲ ਮਿਲਾ ਕੇ ਇੱਕ ਛੱਤ ਥੱਲੇ ਇਕੱਠੇ ਆ, ਉਹਦਾ ਨਾਮ ਹੈ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਅਸੀਂ ਉਹਨਾਂ ਨੂੰ ਟ੍ਰੇਨਡ ਕਰਦੇ ਹਾਂ ਕਿ ਆਪਦੇ ਜਿਣਸਾਂ ਤੋਂ ਉਤਪਾਦ ਕਿਵੇਂ ਤਿਆਰ ਕਰਨੇ ਆ, ਲੇਬਲਿੰਗ, ਪੈਕੇਜਿੰਗ, ਬ੍ਰਾਂਡਿੰਗ ਕਿਵੇਂ ਕਰਨੀ ਆ, ਕੀਮਤ ਕਿਵੇਂ ਨਿਰਧਾਰਿਤ ਕਰਨੀ ਆ, ਕਿਹੜੇ ਉਹ ਹੀਲੇ ਵਸੀਲੇ ਆ ਜਿਨ੍ਹਾਂ ਨਾਲ ਤੁਸੀਂ ਕੰਪੀਟੀਸ਼ਨ ਬੇਸਡ ਪ੍ਰਾਈਸਿੰਗ ਮੈਥਡਸ ਜਿਹੜੇ ਆ ਚੁਣ ਕੇ ਮੁਕਾਬਲੇ ਦੇ ਵਿੱਚ ਆਉਣਾ। ਔਰ ਬਾਖੂਬੀ ਉਹ ਆਪਣੀ ਹਾਜ਼ਰੀ ਇੰਟਰਨੈਸ਼ਨਲ ਪੱਧਰ 'ਤੇ ਵੀ ਲਵਾ ਰਹੇ ਐਮਾਜ਼ੋਨ ਦੇ ਥਰੂ ਜਾਂ ਮਾਰਕੀਟਿੰਗ ਦੇ ਥਰੂ, ਪਲੱਸ ਉਹ ਟ੍ਰੈਡੀਸ਼ਨਲ ਵੰਡ ਪ੍ਰਣਾਲੀ ਦੇ ਤਹਿਤ ਜੋ ਵੀ ਜਿਣਸਾਂ ਤੋਂ ਉਤਪਾਦ ਤਿਆਰ ਕੀਤੇ ਆ ਉਹਨਾਂ ਨੂੰ ਖਪਤਕਾਰਾਂ ਦੀ ਝੋਲੀ 'ਚ ਪਾ ਰਹੇ ਆ। ਮੁਨਾਫੇ 'ਚ ਇਜ਼ਾਫਾ ਤਾਂ ਕਰ ਹੀ ਰਹੇ ਆ। ਆਮ ਕਰਕੇ ਜਦੋਂ ਖੇਤੀ ਵਪਾਰ ਦੀ ਗੱਲ ਹੁੰਦੀ ਹੈ ਤਾਂ ਅਗਲਾ ਇਹ ਸੋਚਦਾ ਮੁਨਾਫੇ 'ਚ ਇਜ਼ਾਫਾ, ਨਾ, ਉਹ ਤਾਂ ਹੋਣਾ ਹੀ ਹੋਣਾ ਜੀ, ਪਰ ਇਹਦੇ ਨਾਲ ਇੰਪਲੋਇਮੈਂਟ ਓਪਰਚੁਨਿਟੀਜ਼ ਜਿਹੜੀ ਆ ਉਹਦੇ ਵਿੱਚ ਜਦੋਂ ਇਜ਼ਾਫਾ ਹੁੰਦਾ। ਡਾਕਟਰ ਸਾਹਿਬ, ਇਹ ਬਹੁਤ ਸਾਰੇ ਲੋਕਾਂ ਨੇ ਕੀਤਾ ਜੀ, ਬਹੁਤ ਸਾਰੇ ਬੰਦੇ ਕਾਮਯਾਬ ਹੋਏ ਜੀ, ਥੋੜੀ ਗਿਣਤੀ 'ਚ ਫੇਲ ਹੋਏ ਆ ਬੰਦੇ ਜੀ। ਫੇਲ ਹੋਣਾ ਹੀ ਹੁੰਦਾ, ਹਰੇਕ ਕੰਮ 'ਚ ਫੇਲ ਪਾਸ ਬਣਿਆ ਆ, ਕੋਈ ਦੋ ਰਾਏ ਨਹੀਂ। ਤੁਸੀਂ ਉਹਦੀਆਂ ਫੇਲੀਅਰਸ ਕੀ ਦੇਖਦੇ ਹੋ ਕਿ ਕਿੱਥੋਂ ਸ਼ੁਰੂ ਹੋਇਆ, ਕਿਹੜੀਆਂ ਮਿਸਟੇਕਸ ਕੀਤੀਆਂ ਜਿਹੜੀਆਂ ਤੁਹਾਨੂੰ ਆਉਂਦੀਆਂ ਹਿਸਾਬ 'ਚ? ਜਿਹੜੀ ਸਾਨੂੰ ਮੁੱਖ ਸਮੱਸਿਆ, ਜਿੰਨੇ ਵੀ ਅਸੀਂ ਖੇਤੀ ਵਪਾਰੀਆਂ ਨਾਲ ਅੱਜ ਤੱਕ ਡੀਲ ਕੀਤਾ, ਹਜ਼ਾਰਾਂ ਦੀ ਤਾਦਾਦ ਦੇ ਵਿੱਚ PAU ਆਪਣਾ ਰੋਲ ਜਿਹੜਾ ਪ੍ਰਦਾਨ ਕਰ ਰਿਹਾ, ਪਰ ਉਹਦੇ ਵਿੱਚ ਜਿਹੜੀ ਮੇਜਰ ਸਾਨੂੰ ਸਮੱਸਿਆ ਆਉਂਦੀ ਆ, ਸਕੇਲ ਅਪ ਦਾ ਇਸ਼ੂ ਆਉਂਦਾ ਕਿ ਇੱਕ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਬਾਖੂਬੀ ਬਹੁਤ ਵਧੀਆ ਤਰੀਕੇ ਨਾਲ ਜ਼ਿਮੀਂਦਾਰ ਸਾਥੀ ਸਾਡੇ ਜਿਹੜੇ ਉਹ ਕੰਮ ਕਰਦੇ ਆ, ਖਾਸ ਕਰ ਨੌਜਵਾਨ ਸਾਥੀ, ਪਰ ਜਦੋਂ ਇੱਕ ਸਕੇਲ ਅਪ ਦਾ ਇਸ਼ੂ ਹੁੰਦਾ, ਮੁਕਾਬਲਾ ਜਿਹੜਾ ਉਹ ਇੱਕ ਆਰਗੇਨਾਈਜ਼ਡ ਘਰਾਣਿਆਂ ਨਾਲ ਹੁੰਦਾ, ਉੱਥੇ ਆ ਕੇ ਥੋੜ੍ਹੀ ਜਿਹੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਕਿਸੇ ਤਰੀਕੇ ਨਾਲ ਫਾਈਨੈਂਸ਼ੀਅਲ ਅਸਿਸਟੈਂਸ,
ਟੈਕਨੀਕਲ ਅਸਿਸਟੈਂਸ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੀ ਰਿਹਾ। ਉਹ ਅਦਾਰੇ ਜਿਹੜੇ ਆ ਫਾਈਨੈਂਸ਼ੀਅਲ ਅਸਿਸਟੈਂਸ ਲਈ ਵੀ ਬਾਹਾਂ ਫੜ ਰਹੇ ਆ ਹੁਣ, ਇਹੋ ਜੀ ਕੋਈ ਗੱਲ ਨਹੀਂ। ਬਟ ਉਹ ਇੱਕ ਸਮੱਸਿਆ ਹੈ ਜਿਹੜਾ ਆਮ ਕਰਕੇ ਇੱਕ ਨੌਜਵਾਨ ਸਾਥੀ ਜਿਹੜੇ ਆ ਉਹ ਸਮੱਸਿਆ ਦਾ ਸਾਹਮਣਾ ਕਰਦੇ ਆ। ਸਕੇਲ ਅਪ ਦਾ ਇਸ਼ੂ, ਜਦੋਂ ਉਹਨਾਂ ਨੇ बढ़ोतरी ਕਰਨੀ ਹੁੰਦੀ ਆ ਆਪਣੇ ਵਪਾਰ ਦੇ ਵਿੱਚ, ਉੱਥੇ ਪੈਸਾ ਚਾਹੀਦਾ ਹੁੰਦਾ, ਉੱਥੇ ਟੈਕਨੋਲੋਜੀ ਚਾਹੀਦੀ ਆ। ਟੈਕਨੋਲੋਜੀ ਖਰੀਦਣ ਲਈ ਸਾਨੂੰ ਪੈਸਾ ਚਾਹੀਦਾ, ਉਹ ਪੈਸਾ ਕਈ ਵਾਰੀ ਉਹਨਾਂ ਨੂੰ ਮੁਹੱਈਆ ਨਹੀਂ ਹੁੰਦਾ। ਜਾਨੀ ਉਹ ਜਿਹੜੀਆਂ ਬੈਂਕਿੰਗ ਹੈ, ਬੈਂਕਿੰਗ ਪਾਲਿਸੀਜ਼ ਹੈ, ਬਿਲਕੁਲ ਕਮਰਸ਼ੀਅਲ ਪਾਲਿਸੀਜ਼ ਹੈਗੀਆਂ ਸਰਕਾਰ ਦੀਆਂ, ਉੱਥੇ ਗੈਪ ਹੈ। ਉਹਦੇ ਵਿੱਚ ਗੈਪ ਹੈ, ਪਰ ਉਹ ਇਹ ਹੈ ਕਿ ਉਹਦੇ ਵਿੱਚ ਅਸੀਂ ਉਹਨਾਂ ਨੂੰ ਕਲੈਕਟਿਵ ਬਾਰਗੇਨਿੰਗ ਦਾ ਇੱਕ ਸਿਧਾਂਤ ਸਿਖਾਉਂਦੇ ਆ ਕਿ ਇਕੱਠੇ ਹੋ ਕੇ ਕੰਮ ਕਰਨ ਦੇ ਕੀ ਫਾਇਦੇ ਆ। ਤੁਹਾਡੀ ਸ਼ਮਤਾ ਬਣਦੀ ਆ, ਤੁਹਾਡੀ ਫਾਈਨੈਂਸ਼ੀਅਲ ਜਿਹੜੀ ਲਿਟਰੇਸੀ ਵੀ ਵੱਧਦੀ ਆ, ਤੇ ਤੁਹਾਡੀ ਪੈਸੇ ਖਰਚਣ ਦੀ ਸ਼ਮਤਾ ਵੀ ਬਣਦੀ ਹੈ। ਜਦੋਂ ਜਿੱਦਾਂ ਅਸੀਂ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਦੇ ਵਿੱਚ ਐਸੋਸੀਏਸ਼ਨ ਨੂੰ ਸਿਖਾਇਆ ਕਿ ਕਿਵੇਂ ਤੁਸੀਂ ਥੋੜ੍ਹੇ ਪੈਸੇ ਪੂਰ ਕੇ ਇੱਕ ਬ੍ਰਾਂਡ ਡਿਵੈਲਪ ਕਰਨਾ, PBK ਦਾ ਹੀ ਬ੍ਰਾਂਡ ਹੋਵੇ। ਇੱਦਾਂ ਅਸੀਂ ਸੋਇਆ ਪ੍ਰੋਸੈਸਰਸ ਐਸੋਸੀਏਸ਼ਨ ਬਣਾਈ ਹੈ, ਐਂਟਰਪ੍ਰੈਨਿਓਰਸ ਐਸੋਸੀਏਸ਼ਨ, ਉਹਦੇ ਵਿੱਚ ਅਸੀਂ ਜਿੰਨੇ ਸੋਇਆ ਦੇ ਵਪਾਰੀ ਹੈ ਉਹਨਾਂ ਨੇ ਬ੍ਰਾਂਡ ਡਿਵੈਲਪ ਕੀਤੇ, ਆਪਣੇ ਇਕੱਲੇ ਕਹਿ ਰਹੇ। ਪਰ ਸਕੇਲ ਅਪ ਦਾ ਇਸ਼ੂ ਆਇਆ ਤਾਂ ਉੱਥੇ ਅਸੀਂ ਉਹਨਾਂ ਨੂੰ ਵੀ ਹੁਣ ਆਹ ਸਿੱਖਿਆ ਦੇ ਰਹੇ ਹਾਂ ਕਿ ਕਿਵੇਂ ਤੁਸੀਂ ਇਕੱਠੇ ਹੋ ਕੇ ਫਾਈਨੈਂਸ਼ੀਅਲ ਇੰਸਟੀਚਿਊਟਸ ਤੋਂ ਲੋਨ ਲੈ ਕੇ ਆਪਣਾ ਸਕੇਲ ਅਪ ਦੇ ਇਸ਼ੂ ਨੂੰ ਐਡਰੈਸ ਕਰਨਾ। ਸਰ, ਮੰਡੀਕਰਨ ਸਭ ਤੋਂ ਵੱਡੀ ਸਮੱਸਿਆ ਮੰਨੀ ਜਾਂਦੀ ਹੈ ਪੰਜਾਬ ਦੇ ਵਿੱਚ। ਜੀ, ਵੈਸੇ ਤਾਂ ਵਿਸ਼ਵ ਪੱਧਰ ਤੇ ਵੀ ਮੰਡੀਕਰਨ ਸਮੱਸਿਆ ਹੈ ਜੀ। ਵੇਚਣ ਉਗਾਉਣਾ ਨਹੀਂ ਔਖਾ ਹੁੰਦਾ, ਵੇਚਣਾ ਔਖਾ ਹੈ। ਖਰੀਦਣਾ ਨਹੀਂ ਕਹਿੰਦੇ ਔਖਾ ਹੁੰਦਾ, ਵੇਚਣਾ ਬਹੁਤ ਔਖਾ ਹੈ। ਤੇ ਵੇਚਣ ਲਈ ਖਾਸ ਨੁਕਤੇ ਕਿਹੜੇ ਤੁਸੀਂ ਦੇਖੋ, ਅਸੀਂ ਉਹਨਾਂ ਨੂੰ ਮੂਲ ਰੂਪ ਦੇ ਵਿੱਚ ਮੰਡੀਕਰਨ ਦੇ ਸਾਰੇ ਸਿਧਾਂਤ ਸਿਖਾਉਂਦੇ ਆ ਕਿ ਤੁਸੀਂ ਆਪਣੀ ਵਸਤੂ ਨੂੰ ਕਿਵੇਂ ਉਹਦੀ ਸਾਂਭ ਸੰਭਾਲ ਕਰਨੀ ਹੈ, ਕਿਵੇਂ ਉਹਨੂੰ ਗਰੋ ਕਰਾਉਣਾ, ਤੇ ਉਸ ਤੋਂ ਬਾਅਦ ਪ੍ਰਾਈਸ ਕੀਮਤ ਕਿਵੇਂ ਨਿਰਧਾਰਿਤ ਕਰਨੀ ਹੈ, ਕਿਹੜੀ ਮੰਡੀ ਦੇ ਵਿੱਚ ਵੇਚਣਾ, ਮੰਡੀ ਕਿਵੇਂ ਚੁਣਨੀ ਹੈ, ਕਿਹੜੇ ਖਪਤਕਾਰਾਂ ਦਾ ਝੁੰਡ ਚੁਣ ਕੇ ਉਹਦੇ ਖਪਤਕਾਰਾਂ ਦੇ ਝੁੰਡ ਦੀ ਜ਼ਰੂਰਤ ਨੂੰ ਸਮਝ ਕੇ ਵਸਤੂ ਦੀ ਪੇਸ਼ਕਾਰੀ ਕਰਨੀ ਹੈ। ਕਿਉਂਕਿ ਪੈਕੇਜਿੰਗ ਹੀ ਦੇਖ ਲਓ ਜੀ, ਆਪਾਂ ਇੱਕ ਨੁਕਤਾ ਹੀ ਲਈਏ ਤਾਂ ਪੈਕੇਜਿੰਗ ਦੇ ਵਿੱਚ 10% ਕਾਸਟ ਵੀ ਇਨਵੋਲਵਡ ਹੁੰਦੀ ਹੈ ਜੀ। ਟੋਟਲ ਜਿਹੜੀ ਉਹਦੀ ਵਸਤੂ ਦੀ ਜਿਹੜੀ ਕੀਮਤ ਆ ਉਹਦੀ 10% ਵੀ ਪੈਕਿੰਗ ਤੇ ਲੱਗ ਜਾਂਦੀ ਹੈ, ਕਈ ਵਾਰੀ 15% ਤੱਕ ਵੀ ਉਹ ਕੀਮਤ ਪਹੁੰਚ ਜਾਂਦੀ ਹੈ। ਸੋ ਝੁੰਡਾਂ ਦੀ ਜ਼ਰੂਰਤ ਨੂੰ ਸਮਝ ਕੇ ਜਦੋਂ ਤੁਸੀਂ ਆਪ ਦਾ ਇਨਵੈਸਟ ਕਰਦੇ ਹੋ ਤਾਂ ਤੁਸੀਂ ਕਾਮਯਾਬ ਹੁੰਦੇ ਹੋ। ਉਹ ਝੁੰਡ ਉਸ ਵਸਤੂ ਦੇ ਪ੍ਰਤੀ ਆਕਰਸ਼ਿਤ ਹੁੰਦੇ ਆ। ਸੋ ਕਿਹੜੀ ਮੰਡੀ 'ਚ ਵੇਚਣਾ, ਡਿਸਟ੍ਰੀਬਿਊਸ਼ਨ ਕਿੱਥੇ ਤੱਕ ਅਸੀਂ ਪਹੁੰਚ ਕਰਨੀ ਆ, ਖਪਤਕਾਰਾਂ ਦੀ ਮੰਡੀ ਹੈ ਜਿਹੜੀ ਉਹ ਰੂਰਲ ਮਾਰਕੀਟਸ ਹੈ ਕਿ ਅਰਬਨ ਮਾਰਕੀਟਸ ਆ। ਅਰਬਨ ਮਾਰਕੀਟਸ ਦੇ ਵਿੱਚ ਵੀ ਪੜ੍ਹੇ ਲਿਖੇ ਖਪਤਕਾਰ ਆ ਕਿ ਜਿਹੜੇ ਅਨਐਮਪਲੋਇਡ ਖਪਤਕਾਰ ਆ, ਜ਼ਿਆਦਾ ਕਮਾਈ ਵਾਲੇ ਖਪਤਕਾਰ ਆ ਕਿ ਘੱਟ ਕਮਾਈ ਵਾਲੇ ਖਪਤਕਾਰ ਨਾ, ਛੋਟੇ ਬੱਚੇ ਆ, ਫੈਮਲੀਜ਼ ਆ ਕਿ ਜਿਹੜੇ ਹੋਸਟਲਸ ਦੇ ਵਿੱਚ ਨੌਜਵਾਨ ਰਹਿੰਦੇ ਆ। ਜਿੱਦਾਂ ਮੈਂ ਉਦਾਹਰਨ ਦੇ ਰੂਪ ਦੇ ਵਿੱਚ ਤੁਹਾਨੂੰ ਦੱਸਦਾ ਕਿ ਗੁੜ ਦੀ ਛੋਟੀ ਪੈਕਿੰਗ ਵੀ ਤਿਆਰ ਕੀਤੀ ਸਾਡੇ ਕੌਸ਼ਲ ਸਿੰਘ ਜੀ ਨੇ, ਜਿਹੜੇ ਸਾਡੇ ਗੁਰਦਾਸਪੁਰ ਸੱਲੋਪੁਰ ਪਿੰਡ ਆ ਉਹਨਾਂ ਦਾ, ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਗੁੜ ਦੇ ਕਾਰੋਬਾਰ ਦੇ ਵਿੱਚ ਆਪਣਾ ਹੱਥ ਜਮਾਇਆ। ਉਹਦੇ ਵਿੱਚ ਉਹਨਾਂ ਨੇ ਛੋਟੀ ਪੈਕਿੰਗ ਵੀ ਇੰਟਰੋਡਿਊਸ ਕੀਤੀ, ਕਿਲੋ ਵਾਲੀ ਪੈਕਿੰਗ ਵੀ ਇੰਟਰੋਡਿਊਸ ਕੀਤੀ, ਅੱਧਾ ਕਿਲੋ ਵਾਲੀ ਪੈਕਿੰਗ ਵੀ ਇੰਟਰੋਡਿਊਸ ਕੀਤੀ। ਸ਼ੱਕਰ ਦੇ ਉਹਨਾਂ ਨੇ ਵੇਰੀਐਂਟਸ ਪਾਊਚ ਪੈਕਿੰਗ ਦੇ ਵਿੱਚ ਕਾਫੀ ਸ਼ੱਕਰ ਦੇ ਵੇਰੀਐਂਟਸ ਖਪਤਕਾਰਾਂ ਦੀ ਝੋਲੀ 'ਚ ਪਾਏ ਆ। ਸੋ ਜੇ ਦੇਖਿਆ ਜਾਵੇ ਤਾਂ ਖਪਤਕਾਰਾਂ ਦੇ ਝੁੰਡਾਂ ਨੂੰ ਪਹਿਚਾਣ ਕੇ ਉਹਨਾਂ ਦੀ ਜ਼ਰੂਰਤ ਨੂੰ ਸਮਝ ਕੇ ਉਹਨਾਂ ਨੇ ਉਹਨਾਂ ਦੀ ਝੋਲੀ ਦੇ ਵਿੱਚ ਉਹ ਵਸਤੂ ਪਾਈ ਆ ਤਾਂ ਉਹ ਕਾਮਯਾਬ ਹੈ। ਇਸ ਤੋਂ ਇਲਾਵਾ ਵੱਧ ਤੋਂ ਵੱਧ ਵੇਚਣ ਦੇ ਉਪਰਾਲੇ ਉਹ ਵੀ ਅਸੀਂ ਸਿਖਾਉਂਦੇ ਹਾਂ ਕਿ ਮੰਡੀਕਰਨ ਦੇ ਸਿਧਾਂਤ ਦੇ ਵਿੱਚ ਇੱਕ ਵੱਧ ਤੋਂ ਵੱਧ ਵੇਚਣ ਦਾ ਉਪਰਾਲਾ ਆਉਂਦਾ ਹੈ ਕਿ ਕਿਵੇਂ ਤੁਸੀਂ ਐਡਵਰਟਾਈਜ਼ਮੈਂਟ ਦੇ ਜ਼ਰੀਏ, ਪੈਂਫਲੇਟ ਦੇ ਜ਼ਰੀਏ, ਜਿੱਦਾਂ ਸ਼ਹਿਦ ਦੀ ਖਪਤ ਵਧਾਉਣ ਲਈ ਅਸੀਂ ਆਪਣੇ ਖਪਤਕਾਰਾਂ ਦੇ ਝੁੰਡਾਂ ਨੂੰ ਦੱਸਿਆ ਕਿ ਸ਼ਹਿਦ ਨੂੰ ਤੁਸੀਂ ਐਜ਼ ਇਨਗਰੀਡੀਐਂਟ ਅੱਡ ਫੂਡ ਪ੍ਰੋਡਕਟਸ ਦੇ ਵਿੱਚ ਵੀ ਯੂਜ਼ ਕਰੋ। ਕਿਚਨ ਦੇ ਵਿੱਚ ਸ਼ਹਿਦ ਐਜ਼ ਇਨਗਰੀਡੀਐਂਟ ਯੂਜ਼ ਹੁੰਦਾ। ਸਾਡੇ ਪਟਿਆਲੇ ਦੇ ਸਰਦਾਰ ਭੁਪਿੰਦਰ ਸਿੰਘ ਆ ਮੋਲਕ ਬ੍ਰਾਂਡ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਉਹਨਾਂ ਨੇ ਸਿੱਖ ਕੇ ਮੋਲਕ ਬ੍ਰਾਂਡ ਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰਮੋਟ ਕੀਤਾ। ਸੋ ਇਸ ਚੀਜ਼ ਨੂੰ, ਛੋਟੀਆਂ ਸਿਧਾਂਤਾਂ ਨੂੰ ਸਿੱਖ ਕੇ ਖੇਤੀਬਾੜੀ ਦੇ ਵਿੱਚ ਜਦੋਂ ਜ਼ਿਮੀਂਦਾਰ ਇਸ ਗੱਲਾਂ ਨੂੰ ਅਪਣਾਉਂਦੇ ਆ, ਖੇਤੀ ਵਪਾਰ ਦਾ ਦਰਜਾ ਆਟੋਮੈਟਿਕਲੀ ਦਿੱਤਾ ਜਾ ਰਿਹਾ। ਇਹ ਗੱਲ ਤੇਜ਼ੀ ਨਾਲ ਅਗਾਂਹ ਵੀ ਵੱਧ ਰਹੀ ਆ। ਐਗਰੀ ਬਿਜ਼ਨਸ ਦੇ ਵਿੱਚ ਫਿਊਚਰ ਸਕੋਪ ਕੀ ਦੇਖਦੇ? ਨੌਜਵਾਨ ਸਾਥੀ ਵੱਧ ਤੋਂ ਵੱਧ ਜੇ ਜੁੜਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ, ਅਸੀਂ ਵੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਟ੍ਰੇਨਿੰਗ ਦੇ ਜ਼ਰੀਏ ਸਕਿੱਲ ਡਿਵੈਲਪਮੈਂਟ ਸੈਂਟਰ ਆ ਸਾਡੇ ਕੋਲੇ, ਉਸ ਟ੍ਰੇਨਿੰਗਾਂ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਸ ਹੈ, ਉਸ ਕ੍ਰਿਸ਼ੀ ਵਿਗਿਆਨ ਕੇਂਦਰਸ ਦੇ ਵਿੱਚ ਟ੍ਰੇਨਿੰਗਸ ਲੱਗਦੀਆਂ। ਟ੍ਰੇਨਿੰਗਸ ਦੇ ਜ਼ਰੀਏ ਅਸੀਂ ਖਪਤਕਾਰਾਂ ਨੂੰ, ਜਿਹੜੇ ਸਾਡੇ ਨੌਜਵਾਨ ਸਾਥੀ ਉਹਨਾਂ ਨੂੰ ਜੋੜਨ ਦੀ ਬਹੁਤ ਕੋਸ਼ਿਸ਼ ਕਰਦੇ ਹਾਂ। ਇਹ ਹੀਲੇ ਵਸੀਲੇ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ, ਟ੍ਰੇਨਿੰਗ ਦਿੰਦੇ ਹਾਂ। ਉਸ ਤੋਂ ਇਲਾਵਾ ਸੋਸ਼ਲ ਮੀਡੀਆ 'ਚ ਵੀ ਅਸੀਂ ਉਹਨਾਂ ਨੂੰ ਨਾਲ ਹੀ ਕੈਦ ਕਰ ਲੈਂਦੇ ਹਾਂ। ਖਪਤਕਾਰਾਂ ਦੇ ਝੁੰਡ ਜਿੱਦਾਂ ਬਣਾਉਣ ਨੂੰ ਕਿਹਾ, ਉੱਦਾਂ ਹੀ ਉਹਨਾਂ ਦੇ ਵੀ ਝੁੰਡ ਬਣ ਗਏ। ਬੀ ਕੀਪਰਸ ਅੱਡ ਹੈ, ਸੋਇਆ ਪ੍ਰੋਸੈਸਰਸ ਅੱਡ ਹੈ, ਸੀਡ ਪ੍ਰੋਡਿਊਸਰ ਜਿਹੜੇ ਸੀਡ ਪੈਦਾ ਕਰਦੇ ਆ ਉਹ ਜਿਹੜੇ ਸਾਡੇ ਸਿਖਿਆਰਥੀ ਉਹਨਾਂ ਦਾ ਝੁੰਡ ਅੱਡ ਹੈ। ਸੋ ਇਦਾਂ ਅੱਡ ਤਰ੍ਹਾਂ ਦੇ ਕਮੋਡਿਟੀ, ਪੋਟੈਟੋ ਵਾਲੇ ਅੱਡ ਹੈ, ਟਮੈਟੋ ਵਾਲੇ ਅੱਡ ਹੈ, ਹਾਈਡਰੋਪੋਨਿਕਸ ਵਾਲੇ ਅੱਡ ਹੈ, ਪ੍ਰੋਟੈਕਟਡ ਕਲਟੀਵੇਸ਼ਨ ਵਾਲੇ ਅੱਡ ਹੈ, ਤੇਲ ਬੀਜ ਫਸਲਾਂ ਵਾਲੇ ਜਿਹੜੇ ਝੁੰਡ ਹੈ ਜਿਹੜੇ ਸਿਖਿਆਰਥੀਆਂ ਦੇ ਉਹ ਅੱਡ ਹੈ। ਅਸੀਂ ਉੱਥੇ ਉਹਨਾਂ ਨੂੰ ਲਗਾਤਾਰ ਜਿਨਸਾਂ ਤੋਂ ਉਤਪਾਦ ਕਿਵੇਂ ਤਿਆਰ ਕਰਨੇ ਆ, ਬ੍ਰਾਂਡਿੰਗ, ਲੇਬਲਿੰਗ, ਪੈਕੇਜਿੰਗ ਦੇ ਕੀ ਸਿਧਾਂਤ ਹੈ, ਮੰਡੀਕਾਰੀ ਦੇ ਕੀ ਸਿਧਾਂਤ ਹੈ, ਵੰਡ ਪ੍ਰਣਾਲੀ ਕਿਵੇਂ ਬਣਾਉਣੀ ਹੈ, ਸਿੱਖਣਾ ਜ਼ਰੂਰ। ਟ੍ਰੇਨਿੰਗ ਤੋਂ ਬਾਅਦ ਲਗਾਤਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਝੁੰਡਾਂ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੋ ਲੈਂਦੇ ਆ। ਉਹ ਲਗਾਤਾਰ ਸਿੱਖਦੇ ਰਹਿੰਦੇ ਆ, ਆਪਸ 'ਚ ਇੱਕ ਦੂਜੇ ਨਾਲ ਸ਼ੇਅਰਿੰਗ ਕਰਦੇ ਰਹਿੰਦੇ ਆ।
ਇਹ ਜਾਣੀ ਕਿ ਜ਼ਰੂਰੀ ਸਿਧਾਂਤ ਬਹੁਤ ਜ਼ਰੂਰੀ ਹੈ। ਇਹ ਲਗਾਤਾਰਤਾ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਦੇ ਨਾਲ ਇਨ ਟੱਚ ਰਹਿਣਾ। ਵਰਲਡ ਵਾਈਡ ਡਾਕਟਰ ਸਾਹਿਬ ਇਸ ਵਪਾਰ ਨੂੰ ਕਿਵੇਂ ਦੇਖਦੇ ਹੋ ਤੁਸੀਂ? ਵਰਲਡ ਵਾਈਡ ਜਿੰਨਾ ਵੀ ਖਿੱਤਿਆਂ ਦੇ ਵਿੱਚ ਇਸ ਖੇਤੀ ਵਪਾਰ ਦੇ ਵਿੱਚ ਤਰੱਕੀ ਹੋਈ ਆ, ਉਹਦਾ ਮੂਲ ਰੂਪ ਦੇ ਵਿੱਚ ਅਸੀਂ ਜੇ ਰਿਸਰਚ ਫਾਈਂਡਿੰਗ ਦੇਖੀਏ ਤਾਂ ਇਹੀ ਹੈ ਕਿ ਉਹਨਾਂ ਨੇ ਇਕੱਠੇ ਹੋ ਕੇ ਚੱਲੇ, ਉਹਨਾਂ ਨੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਸਿਖਾਇਆ, ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਨੇ ਕਮੋਡਿਟੀ ਗਰੁੱਪਸ ਦੇ ਤਹਿਤ ਤਰੱਕੀ ਕੀਤੀ। ਮੈਂ ਇਸ ਚੀਜ਼ ਨੂੰ ਬਾਖੂਬੀ, ਜਿੰਨਾ ਕੁ ਮੇਰਾ ਤਜਰਬਾ 27-28 ਸਾਲ ਦਾ ਤਜਰਬਾ, ਅਸੀਂ ਖੇਤੀ ਜਿਣਸਾਂ ਤੋਂ ਉਤਪਾਦ ਤਿਆਰ ਕਰਕੇ ਮੰਡੀਆਂ ਦੇ ਵਿੱਚ ਉਤਾਰੇ, ਮੈਂ ਇਸ ਚੀਜ਼ ਨੂੰ ਇਦਾਂ ਦੇਖਦਾ ਕਿ ਲਗਾਤਾਰ ਚੱਲਣ ਵਾਲਾ ਇੱਕ ਪ੍ਰੋਸੈਸ ਆ ਜਿਹੜਾ ਕਦੇ ਖਤਮ ਨਹੀਂ ਹੋਣਾ। ਨੌਜਵਾਨ ਸਾਥੀਆਂ ਨੂੰ ਬੇਨਤੀ ਹੈ ਕਿ ਲਗਾਤਾਰ ਜੁੜਦੇ ਰਹੋ ਝੁੰਡਾਂ ਦੇ ਵਿੱਚ, ਸਿਖਿਆਰਥੀਆਂ ਦੇ ਝੁੰਡਾਂ ਦੇ ਵਿੱਚ। ਜਿੱਦਾਂ ਮੈਂ ਪਹਿਲਾਂ ਦੱਸ ਚੁੱਕਿਆ, ਜੇ ਤੁਸੀਂ ਤਰੱਕੀ ਕਰਨੀ ਹੈ, ਖੇਤ ਦੇ ਜਿਹੜੇ ਸ਼ਹਿਦ ਦੇ ਵਪਾਰੀ ਆ ਉਹ ਸਾਰੇ ਇਕੱਠੇ ਆ, ਉਹ ਕੀਮਤ ਵੀ ਇਕੱਠੇ ਨਿਰਧਾਰਿਤ ਕਰਦੇ ਆ ਕਿ ਅੱਜ ਸ਼ਹਿਦ ਦਾ ਮੁੱਲ ਕੀ ਨਿਰਧਾਰਿਤ ਹੋਣਾ, ਉਹ ਐਸੋਸੀਏਸ਼ਨ ਨਿਰਧਾਰਿਤ ਕਰੂਗੀ। ਕਿੰਨੇ ਬ੍ਰਾਂਡ ਇੰਟਰੋਡਿਊਸ ਹੋ ਚੁੱਕੇ ਆ, ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਬ੍ਰਾਂਡਸ ਹੋਰ ਚਾਹੀਦੇ ਆ, ਕਿਹੜੀ ਮੰਡੀ ਤੱਕ ਸਾਡੀ ਪਹੁੰਚ, ਸਕੋਪ ਹੈਗਾ, ਗੈਪ ਹੈਗਾ, ਸਪੇਸ ਹੈਗੀ ਹੈ ਮਾਰਕੀਟ, ਗੈਪ ਹੈ, ਬਹੁਤ ਵੱਡਾ ਸਕੋਪ ਹੈ। ਖਪਤਕਾਰ ਨਾਲ ਸਿੱਧਾ ਰਾਬਤਾ ਬਣਦਾ। ਜਦੋਂ ਖਪਤਕਾਰ ਨਾਲ ਸਿੱਧਾ ਰਾਬਤਾ ਹੋਊਗਾ, ਮਿਡਲਮੈਨ ਐਲੀਮੀਨੇਟ ਹੋਊਗਾ, ਇੱਕ ਡਿਮਾਂਡ ਹੈਗੀ ਆ ਆਲਰੇਡੀ। ਫੂਡ ਪਦਾਰਥ ਜੀ ਹਰੇਕ ਬੰਦੇ ਨੇ 3 ਡੰਗ ਖਾਣਾ, ਫੂਡ ਦੀ ਡਿਮਾਂਡ ਤਾਂ ਹਮੇਸ਼ਾ ਰਹਿਣੀ ਦੁਨੀਆ ਦੇ ਵਿੱਚ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਨੌਜਵਾਨ ਸਾਥੀ ਲਗਾਤਾਰ ਜਦੋਂ ਖਪਤਕਾਰਾਂ ਨਾਲ ਗੱਲਬਾਤ ਕਰਦੇ ਰਹਿਣਗੇ, ਨਵੇਂ ਹੀਲੇ ਵਸੀਲੇ ਉਹਨਾਂ ਨੂੰ ਵਿੱਚੋਂ ਨਿਕਲਦੇ ਰਹਿਣਗੇ, ਦਿਖਦੇ ਰਹਿਣਗੇ, ਰਾਹ ਨਵੇਂ ਬਣਦੇ ਰਹਿਣਗੇ, ਉਸ ਪੈੜਾਂ ਨੂੰ ਦੱਬਣ ਦੀ ਲੋੜ ਆ। ਤੇ ਡਾਕਟਰ ਸਾਹਿਬ ਤੁਹਾਡੇ ਕਿਹੜੇ ਕਦੋਂ ਟ੍ਰੇਨਿੰਗਸ ਚੱਲਦੀਆਂ ਤਾਂ ਕਿ ਲੋਕ ਜੁੜਨ? ਸਾਡੇ ਜਿੰਨੀਆਂ ਵੀ ਟ੍ਰੇਨਿੰਗਸ ਹੁੰਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ, ਉਹਦੇ ਵਿੱਚ ਮੰਡੀਕਾਰੀ ਤੇ ਖੇਤੀ ਵਪਾਰ ਦਾ ਇੱਕ ਵਿਸ਼ਾ ਉਸ ਹਰੇਕ ਟ੍ਰੇਨਿੰਗ ਦੇ ਵਿੱਚ ਹੁੰਦਾ। ਸੋ ਸਾਡੀ ਜਿੰਨੀ ਵੀ ਸ਼ਮੂਲੀਅਤ ਆ ਸਾਡੇ ਫੈਕਲਟੀ ਦੀ, ਉਹ ਸਾਰੀ ਉਸ ਟ੍ਰੇਨਿੰਗ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਸ਼ਮੂਲੀਅਤ ਹੁੰਦੀ ਆ। ਅਸੀਂ ਜਿਹੜੇ ਫੀਲਡ ਫੰਕਸ਼ਨਰੀਜ਼ ਆ, ਐਗਰੀਕਲਚਰ ਡਿਵੈਲਪਮੈਂਟ ਅਫਸਰ ਤੇ HDOs ਤੇ ਹੋਰ ਅਲਾਈਡ ਮਹਿਕਮੇ ਜਿੰਨੇ ਵੀ ਆ, ਉਹਨਾਂ ਨੂੰ ਵੀ ਟ੍ਰੇਨਡ ਕਰਦੇ ਰਹਿੰਦੇ ਆ। ਫਰਦਰ ਉਹ ਸਾਡੇ ਇਸ ਵਿਸ਼ੇ ਨੂੰ ਅਗਾਂਹ ਲੋਕਾਂ ਤੱਕ ਉਹ ਪਹੁੰਚ ਕਰਦੇ ਰਹਿੰਦੇ ਆ ਤੇ ਲੋਕਾਂ ਤੱਕ ਇਸ ਵਿਸ਼ੇ ਦੀ ਜਾਣਕਾਰੀ ਜਿਹੜੀ ਆ ਮੁਹੱਈਆ ਕਰਾਈ ਜਾਂਦੀ ਹੈ। ਬਹੁਤ ਸ਼ੁਕਰੀਆ ਟਾਈਮ ਦਿੱਤਾ, ਬਹੁਤ ਸ਼ੁਕਰੀਆ। ਧੰਨਵਾਦ। ਵਪਾਰ ਨੂੰ ਕਿਵੇਂ, ਪਹਿਲਾਂ ਤਾਂ ਖੇਤੀ ਨੂੰ ਵਪਾਰ ਵੱਲ ਕਿਵੇਂ ਜਾਣਾ ਹੈ, ਤਾਂ ਵਪਾਰ ਨੂੰ ਸਟੇਬਲ ਕਿਵੇਂ ਰੱਖਣਾ ਹੈ, ਮਾਰਕੀਟਿੰਗ ਕਿਵੇਂ ਕਰਨੀ ਹੈ, ਇਹਨਾਂ ਨੇ ਬੜਾ ਬਖੂਬੀ ਦੱਸਿਆ ਕਿ ਜਿਵੇਂ ਸਾਂਝੇ ਪਰਿਵਾਰ ਹੁੰਦੇ ਸੀ, ਫਿਰ ਕੋਆਪਰੇਟਿਵ ਮਾਡਲ ਆਇਆ, ਹੁਣ ਫਿਰ FPO ਸੈਲਫ ਹੈਲਪ ਗਰੁੱਪ ਦੇ ਤਹਿਤ ਇਹ ਜਿਹੀਆਂ ਚੀਜ਼ਾਂ ਅੱਗੇ ਵਧਾਉਣੀਆਂ ਪੈਣਗੀਆਂ। ਸਾਨੂੰ ਦਿਲ ਵੱਡਾ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਪਊਗਾ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।